10 ਮਾਰਚ ਦੇ ਨਤੀਜਿਆਂ ਤੋਂ ਪਹਿਲਾਂ ਸਮਝੋ ਅੰਕੜਿਆਂ ਦੀ ਖੇਡ। ਐਗਜ਼ਿਟ ਪੋਲ ਦੇ ਵਿੱਚ ਕਿਸ ਦਾ ਪਲੜਾ ਭਾਰੀ, ਕੌਣ ਬਣਾ ਸਕਦਾ ਹੈ ਸਰਕਾਰ? ਨਿਊਜ਼ 18 ਤੇ ਦੇਖੋ ਲਗਾਤਾਰ। ਅੱਜ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਸੀਐਮ ਚੰਨੀ। ਸ਼ਾਮ 7 ਵਜੇ ਦੇ ਕਰੀਬ ਹੋ ਸਕਦੀ ਹੈ ਮੁਲਾਕਾਤ। BBMB ਅਤੇ ਯੂਕਰੇਨ ਦੇ ਮਸਲੇ ਦੇ ਉੱਤੇ ਚਰਚਾ ਦੀ ਸੰਭਾਵਨਾ। ਨਤੀਜਿਆਂ ਤੋਂ ਠੀਕ ਪਹਿਲਾਂ ਅਮਿਤ ਸ਼ਾਹ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ। ਕੇਂਦਰੀ ਗ੍ਰਹਿ ਮੰਤਰੀ ਦੇ ਘਰ ਤੇ ਕਰੀਬ 1 ਘੰਟੇ ਤੱਕ ਹੋਈ ਚਰਚਾ। ਮੁਲਾਕਾਤ ਤੋਂ ਬਾਅਦ ਬੋਲੇ ਕੈਪਟਨ, ਚੋਣਾਂ ਨਹੀਂ ਪੰਜਾਬ ਦੇ ਮਸਲਿਆਂ ਤੇ ਹੋਈ ਗੱਲ। ਫਿਲਹਾਲ ਬੀਜੇਪੀ ਦੇ ਨਾਲ ਗੱਠਜੋੜ ਤੇ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਅਕਾਲੀ ਦਲ। ਦਲਜੀਤ ਚੀਮਾ ਬੋਲੇ, ਅਜੇ ਅਲਾਇੰਸ ਬਾਰੇ ਨਹੀਂ ਸੋਚ ਰਹੇ, ਬਹੁਮਤ ਮਿਲਿਆ ਤਾਂ ਗੱਠਜੋੜ ਦਾ ਸਵਾਲ ਹੀ ਨਹੀਂ। ਰਿਜ਼ਲਟ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਚੰਡੀਗੜ੍ਹ 'ਚ ਅਹਿਮ ਮੀਟਿੰਗ। ਨਵਜੋਤ ਸਿੱਧੂ ਨੇ ਕਾਰਜਕਾਰੀ ਪ੍ਰਧਾਨਾਂ ਤੋਂ ਲਈ ਫੀਡਬੈਕ। ਕਾਂਗਰਸ ਦੀ ਡਿਜੀਟਲ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਵੀ ਹੋਈ ਚਰਚਾ। ਰਿਜ਼ਲਟ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਘਮਸਾਣ ਤੇਜ਼। ਸ਼ਮਸ਼ੇਰ ਦੁੱਲੋ ਨੂੰ ਪਾਰਟੀ ਆਗੂਆਂ ਦੀ ਸੋਚ ਸਮਝ ਕੇ ਬਿਆਨ ਦੇਣ ਦੀ ਸਲਾਹ। ਵੈਦ ਬੋਲੇ, ਜੇ ਸਬੂਤ ਹੈ ਤਾਂ ਦਿਖਾਓ, ਸਾਹਮਣੇ ਲਿਆਓ, ਬਿਨਾਂ ਤੱਥਾਂ ਦੇ ਬੋਲਣ ਤੋਂ ਕਰੋ ਗੁਰੇਜ਼। ਦੁੱਲੋ ਨੇ ਟਿਕਟਾਂ ਵੇਚਣ ਦੇ ਲਗਾਏ ਸਨ ਇਲਜ਼ਾਮ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਦੇ ਲਈ ਚੋਣਾਂ ਦਾ ਐਲਾਨ। 21 ਮਾਰਚ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ। ਲੋੜ ਪਈ ਤਾਂ 31 ਤਰੀਕ ਨੂੰ ਹੋਵੇਗੀ ਵੋਟਿੰਗ। ਅਪ੍ਰੈਲ ਦੇ ਵਿੱਚ ਖਤਮ ਹੋ ਰਿਹਾ ਹੈ ਪ੍ਰਤਾਪ ਬਾਜਵਾ ਢੀਂਡਸਾ ਸਣੇ 5 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ। ਕਿਤਾਬ ਵਿਵਾਦ ਮਸਲੇ ਤੇ PSCB ਨੇ ਪੰਜਾਬ ਸਰਕਾਰ ਨੂੰ ਸੌਂਪੀ ਸੀਲਬੰਦ ਰਿਪੋਰਟ। 2007 ਤੋਂ ਹੁਣ ਤੱਕ ਦੇ ਲਿਖੇ ਕੰਟੈਂਟ ਦਾ ਦਿੱਤਾ ਵੇਰਵਾ। ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਗਲਤ ਤੱਥ ਪੇਸ਼ ਕਰਨ ਦੇ ਨੇ ਇਲਜ਼ਾਮ। ਯੂਕਰੇਨ ਦੇ ਰਾਸ਼ਟਰਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਵੀ ਕੀਤੀ ਗੱਲਬਾਤ। ਜ਼ੈਲੈਂਸਕੀ ਦੇ ਨਾਲ ਸਿੱਧੀ ਗੱਲਬਾਤ ਦਾ ਦਿੱਤਾ ਸੁਝਾਅ। ਸੂਮੇ ਤੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਤੇ ਵੀ ਹੋਈ ਚਰਚਾ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। 10 ਤਰੀਕ ਦਾ ਇੰਤਜ਼ਾਰ ਹੈ, ਪਰ ਉਸ ਤੋਂ ਪਹਿਲਾਂ 5 ਸੂਬਿਆਂ ਦੀਆਂ ਚੋਣਾਂ ਦਾ ਅਮਲ ਮੁਕੰਮਲ ਹੋਣ ਦੇ ਕਿਨਾਰੇ ਪਹੁੰਚ ਚੁੱਕਿਆ ਹੈ। 6 ਵਜੇ ਤੱਕ ਵੋਟਾਂ ਪੈਣੀਆਂ ਨੇ ਤੇ ਐਗਜ਼ਿਟ ਪੋਲ ਦੀ ਹੁਣ ਵਾਰੀ ਹੈ। ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਏਗਾ ਕਿ ਆਖਿਰ ਕਿਸ ਤਰੀਕੇ ਨਾਲ ਐਗਜ਼ਿਟ ਪੋਲ ਪੰਜਾਬ ਦੇ ਵਿੱਚ ਦੱਸਦੇ ਨੇ ਕਿ ਪੋਲ ਆਫ ਮਹਾਪੋਲਸ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਹਰ ਅੰਕੜਾ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋਏਗੀ। ਮੈਂ ਸ਼ੁਰੂਆਤ ਵੱਡੀ ਖਬਰ ਤੋਂ ਕਰਨ ਜਾ ਰਿਹਾ। ਐਗਜ਼ਿਟ ਪੋਲ ਦੇ ਨਾਲ ਹੀ ਜੁੜੀ ਹੈ। ਪੰਜਾਬ ਦੇ ਵਿੱਚ ਆਖਿਰ ਕਿਸ ਦੀ ਸਰਕਾਰ ਬਣੇਗੀ, ਇਹ ਵੱਡਾ ਸਵਾਲ ਹੈ, ਹਰ ਕੋਈ ਜਾਣਨਾ ਚਾਹੁੰਦਾ ਹੈ। ਨਿਊਜ਼ 18 ਤੇ ਪੰਜਾਬ ਦੇ ਐਗਜ਼ਿਟ ਪੋਲ ਦੇਖੋ। ਸਭ ਤੋਂ ਵੱਡੇ ਐਗਜ਼ਿਟ ਪੋਲ ਅਸੀਂ ਤੁਹਾਨੂੰ ਦਿਖਾਵਾਂਗੇ ਨਿਊਜ਼ 18 ਪੰਜਾਬ ਦੇ ਉੱਤੇ। ਅਖਾੜਾ ਮਹਾਪੋਲ, ਜੀ ਹਾਂ, ਪੰਜਾਬ ਦੇ ਵਿੱਚ ਆਖਿਰ ਕਿਸ ਦੀ ਬਣੇਗੀ ਸਰਕਾਰ, ਪੰਜਾਬ 'ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ, ਇਹ ਲੋਕਾਂ ਨੇ ਤੈਅ ਕਰ ਦਿੱਤਾ। EVM ਦੇ ਵਿੱਚ ਕੈਦ ਕਰ ਦਿੱਤਾ। 10 ਤਰੀਕ ਨੂੰ ਨਤੀਜੇ ਆਉਣਗੇ, ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਵੀ ਸਭ ਦੀਆਂ ਨਜ਼ਰਾਂ ਜ਼ਰੂਰ ਹੁੰਦੀਆਂ ਨੇ ਤੇ ਅੱਜ ਉਹੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਏਗਾ 117 ਸੀਟਾਂ ਦੇ ਉੱਤੇ ਕੌਣ ਜਿੱਤ ਹਾਸਲ ਕਰਨ ਜਾ ਰਿਹਾ ਹੈ। ਪੰਜਾਬ ਦੇ ਵਿੱਚ 2022 ਚ ਸਰਕਾਰ ਕੌਣ ਬਣਾਉਣ ਜਾ ਰਿਹਾ ਹੈ, ਜਿਸ ਨੂੰ ਤੁਸੀਂ ਵੋਟ ਪਾਈ ਉਹ ਜਿੱਤ ਰਿਹਾ ਹੈ ਕਿ ਨਹੀਂ, ਇਹ ਵੀ ਤੁਹਾਨੂੰ ਅਸੀਂ ਅੱਜ ਐਗਜ਼ਿਟ ਪੋਲ ਦੇ ਵਿੱਚ ਦੱਸਣ ਜਾ ਰਹੇ ਹਾਂ। ਹਾਲਾਂਕਿ ਨਤੀਜਿਆਂ ਦਾ ਇੰਤਜ਼ਾਰ 10 ਤਰੀਕ ਨੂੰ ਜ਼ਰੂਰ ਰਹੇਗਾ। ਉਸੇ ਦਿਨ ਸਹੀ ਜਿਹੜੇ ਫੈਸਲਾ ਲੋਕਾਂ ਦਾ ਉਹ ਸਭ ਦੇ ਸਾਹਮਣੇ ਹੋਏਗਾ। 10 ਤਰੀਕ ਨੂੰ ਸਵੇਰੇ 5 ਵਜੇ ਤੋਂ ਅਸੀਂ ਤੁਹਾਡੇ ਨਾਲ ਜੁੜਾਂਗੇ, ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਔਰ ਐਗਜ਼ਿਟ ਪੋਲ ਦੇ ਵਿੱਚ ਕੀ ਕੁਝ ਖਾਸ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਐਗਜ਼ਿਟ ਪੋਲ ਦੇ ਨਤੀਜਿਆਂ ਤੱਕ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਕਿ ਐਗਜ਼ਿਟ ਪੋਲ ਦੇ ਨਤੀਜੇ ਕੀ ਕੁਝ ਕਹਿ ਰਹੇ ਨੇ, ਔਰ ਕੋਸ਼ਿਸ਼ ਹੋਏਗੀ ਕਿਉਂਕਿ ਦੇਸ਼ ਦੇ ਵਿੱਚ ਵੱਖ-ਵੱਖ ਐਗਜ਼ਿਟ ਪੋਲ ਹੁੰਦੇ ਨੇ, ਹਰ ਇੱਕ ਅੰਕੜਾ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਇਹ ਵੀ ਪਹੁੰਚਾਵਾਂਗੇ ਕਿ ਆਖਿਰ ਜਿਹੜੇ ਹੁਣ ਤੱਕ ਓਪੀਨੀਅਨ ਪੋਲ ਹੋਏ ਨੇ ਜਾਂ ਐਗਜ਼ਿਟ ਪੋਲ ਹੋਏ ਨੇ ਉਸ ਦੇ ਵਿੱਚ ਕੀ ਕੁਝ ਰਿਹਾ ਹੈ। ਅਸੀਂ ਅੱਜ ਇਹ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ 7 ਵਜੇ ਤੋਂ ਤਾਂ ਐਗਜ਼ਿਟ ਪੋਲ ਤੁਹਾਡੇ ਤੱਕ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਅਗਲੇ ਕੁਝ ਸਮੇਂ ਦੇ ਵਿੱਚ। ਪਰ ਉਸ ਤੋਂ ਪਹਿਲਾਂ 2012 ਚ ਓਪੀਨੀਅਨ ਪੋਲ ਵੀ ਆਏ ਜਦੋਂ ਪੰਜਾਬ ਚ ਵਿਧਾਨ ਸਭਾ ਦੀਆਂ ਵੋਟਾਂ ਪਈਆਂ। ਫਿਰ 2017 ਦੇ ਵਿੱਚ ਵੀ ਓਪੀਨੀਅਨ ਪੋਲ ਆਏ। ਫਿਰ 2019 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਵੀ ਓਪੀਨੀਅਨ ਪੋਲ ਆਏ। ਸਭ ਕੁਝ ਤੁਹਾਡੇ ਤੱਕ ਪਹੁੰਚਾਵਾਂਗੇ। ਮੈਂ ਸ਼ੁਰੂਆਤ 2012 ਤੋਂ ਕਰਨ ਜਾ ਰਿਹਾ ਓਪੀਨੀਅਨ ਪੋਲ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਐਗਜ਼ਿਟ ਪੋਲ ਜਿਹੜੇ 2012, 17 ਤੇ ਫਿਰ 2019 ਵਾਲੇ ਸੀ। ਉਸ ਤੋਂ ਬਾਅਦ ਅਸੀਂ ਅੱਜ ਵਾਲਾ ਵੀ ਰੁਕ ਕਰਨਾ ਹੈ। ਪਰ ਮੈਂ ਸ਼ੁਰੂਆਤ ਕਰ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਵੱਖ-ਵੱਖ ਜਿਹੜੇ ਏਜੰਸੀਜ਼ ਨੇ ਜਿਨ੍ਹਾਂ ਦੇ ਵੱਲੋਂ ਐਗਜ਼ਿਟ ਪੋਲ ਔਰ ਓਪੀਨੀਅਨ ਪੋਲ ਕਰਵਾਏ ਜਾਂਦੇ ਨੇ ਉਹਨਾਂ ਦੇ ਅੰਕੜੇ 2012 ਦੇ ਵਿੱਚ ਕੀ ਸੀ ਔਰ ਸਮੀਕਰਨ ਕੀ ਸੀ। ਪੁਆਇੰਟ ਨੰਬਰ 2, 2022 ਦੇ ਵਿੱਚ ਓਪੀਨੀਅਨ ਪੋਲ ਅਸੀਂ ਤੁਹਾਨੂੰ ਦਿਖਾਏ ਸੀ, ਪਰ ਐਗਜ਼ਿਟ ਪੋਲ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਮੈਂ ਸ਼ੁਰੂਆਤ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਗੱਲ 2012 ਦੀ।
ਇਹ ਓਪੀਨੀਅਨ ਪੋਲ ਹੈ ਤੇ ਓਪੀਨੀਅਨ ਪੋਲ ਤੋਂ ਬਾਅਦ ਅਸੀਂ ਐਗਜ਼ਿਟ ਪੋਲ ਦਾ ਵੀ ਜ਼ਿਕਰ ਕਰਾਂਗੇ। 2012 ਦੇ ਵਿੱਚ ਇੰਡੀਆ ਟੂਡੇ ORG ਇਹਨਾਂ ਨੇ 117 ਸੀਟਾਂ ਦੇ ਉੱਤੇ ਆਪਣਾ ਓਪੀਨੀਅਨ ਪੋਲ ਪੇਸ਼ ਕੀਤਾ। ਓਪੀਨੀਅਨ ਪੋਲ ਦੇ ਵਿੱਚ ਕੀ ਸੀ? ਓਪੀਨੀਅਨ ਪੋਲ ਦੇ ਵਿੱਚ ਸੀ ਕਿ ਬੀਜੇਪੀ ਪਲੱਸ ਯਾਨੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਜਦੋਂ ਗਠਜੋੜ ਦੇ ਵਿੱਚ 2012 ਦੇ ਵਿੱਚ ਹੁੰਦੇ ਸੀ ਕਿ 69 ਸੀਟਾਂ ਉਹਨਾਂ ਨੂੰ ਮਿਲਣਗੀਆਂ। ਓਪੀਨੀਅਨ ਪੋਲ ਕਹਿ ਰਿਹਾ ਸੀ। ਕਾਂਗਰਸ ਨੂੰ ਦੱਸਿਆ ਜਾ ਰਿਹਾ ਸੀ ਕਿ 40 ਸੀਟਾਂ ਮਿਲਣਗੀਆਂ, ਅਦਰਸ ਨੂੰ ਦੱਸਿਆ ਜਾ ਰਿਹਾ ਕਿ 8 ਸੀਟਾਂ ਮਿਲਣਗੀਆਂ। ਓਪੀਨੀਅਨ ਪੋਲ ਦੇ ਵਿੱਚ 2012 ਦੇ ਵਿੱਚ ਐਕੂਰੇਸੀ ਦੇਖੋ ਕਿੰਨੀ ਹੈ। ਬੀਜੇਪੀ ਤੇ ਪਲੱਸ ਯਾਨੀ ਅਕਾਲੀ ਦਲ ਪਲੱਸ ਦੀ ਸਰਕਾਰ ਬਣੀ। 69 ਸੀਟਾਂ ਓਪੀਨੀਅਨ ਪੋਲ ਕਹਿੰਦਾ ਸੀ, ਉਹਨਾਂ ਨੂੰ 68 ਸੀਟਾਂ ਮਿਲੀਆਂ। 68 ਸੀਟਾਂ ਲੈਣ ਦੇ ਵਿੱਚ ਉਹ ਕਾਮਯਾਬ ਰਹੇ। ਇਹ ਰਿਜ਼ਲਟ ਹੈ, ਹਰ ਵਾਰੀ ਤੁਹਾਨੂੰ ਦਿਖਾਵਾਂਗਾ ਕਿ ਜਿਹੜੇ ਵੱਖ-ਵੱਖ ਓਪੀਨੀਅਨ ਪੋਲ ਨੇ ਉਸ ਦੇ ਉੱਤੇ ਰਿਜ਼ਲਟ ਕੀ ਕੁਝ ਕਹਿ ਰਹੇ ਨੇ। ਤਾਂ ਬੀਜੇਪੀ ਪਲੱਸ ਨੂੰ ਓਪੀਨੀਅਨ ਪੋਲ ਕਹਿੰਦਾ ਸੀ 69 ਸੀਟਾਂ, 68 ਆ ਗਈਆਂ। ਕਾਂਗਰਸ ਨੂੰ ਦੱਸੀਆਂ ਜਾ ਰਹੀਆਂ ਸੀ 40 ਸੀਟਾਂ, 46 ਆ ਗਈਆਂ। ਓਪੀਨੀਅਨ ਪੋਲ ਕਹਿ ਰਿਹਾ ਸੀ ਕਾਂਗਰਸ ਦੀ ਸਰਕਾਰ ਨਹੀਂ ਬਣ ਰਹੀ, ਤਾਂ ਨਹੀਂ ਬਣੀ। ਤੇ ਉਸ ਤੋਂ ਬਾਅਦ ਅਦਰਸ ਦੇ ਕੋਲ 8 ਸੀਟਾਂ ਦਾ ਜ਼ਿਕਰ ਹੋ ਰਿਹਾ ਸੀ, ਅਦਰਸ ਦੇ ਕੋਲ 3 ਸੀਟਾਂ ਰਹਿ ਗਈਆਂ। ਤਾਂ ਇਹ ਬੜਾ ਐਕੂਰੇਸੀ ਦੇ ਬਹੁਤ ਨੇੜੇ ਓਪੀਨੀਅਨ ਪੋਲ ਉਸ ਸਮੇਂ ਜ਼ਰੂਰ ਦੇਖਣ ਨੂੰ ਮਿਲਿਆ ਸੀ। 2012 ਦਾ ਮੈਂ ਤੁਹਾਨੂੰ ਇਹ ਓਪੀਨੀਅਨ ਪੋਲ ਦਿਖਾ ਰਿਹਾ। ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਹੋਰ ਓਪੀਨੀਅਨ ਪੋਲ ਆਏ, ਤੁਸੀਂ ਇਹ ਨੋਟ ਕਰਦੇ ਰਹੋ, ਕਿਉਂਕਿ ਜਦੋਂ ਅਸੀਂ ਤੁਹਾਨੂੰ ਬਾਕੀ ਅੱਜ ਵਾਲੇ ਐਗਜ਼ਿਟ ਪੋਲ 2022 ਵਾਲੇ ਦਿਖਾਵਾਂਗੇ ਤਾਂ ਉਸ ਸਮੇਂ ਵੀ ਅਸੀਂ ਤੁਹਾਡੇ ਤੱਕ ਅੰਕੜਾ ਪਹੁੰਚਾਉਣਾ ਹੈ ਔਰ ਤੁਹਾਨੂੰ ਸਮਝਣ ਔਰ ਜਾਣਨ 'ਚ ਆਸਾਨੀ ਹੋਏਗੀ ਕਿ ਕਿਹੜੀ ਏਜੰਸੀ ਦਾ 2012 'ਚ ਐਕੂਰੇਟ ਰਿਹਾ, ਕਿਹੜੀ ਏਜੰਸੀ ਦਾ 2017 ਦੇ ਵਿੱਚ ਬਿਲਕੁਲ ਐਕੂਰੇਟ ਰਿਹਾ, ਜਾਂ ਫਿਰ ਜੋ ਨਤੀਜੇ ਸੀ ਉਸ ਦੇ ਨੇੜੇ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ਰਿਹਾ, ਔਰ 2022 ਦੇ ਵਿੱਚ ਕਿਸ ਦਾ ਜਿਹੜਾ ਓਪੀਨੀਅਨ ਪੋਲ ਜਾਂ ਫਿਰ ਐਗਜ਼ਿਟ ਪੋਲ ਬਿਲਕੁਲ ਐਕੂਰੇਟ ਰਹਿ ਸਕਦਾ ਹੈ, ਯਾਨੀ ਕਿ ਬਿਲਕੁਲ ਸਟੀਕ ਰਹਿ ਸਕਦਾ ਹੈ। ਉਹ ਤੁਹਾਨੂੰ ਸਮਝਣ 'ਚ ਆਸਾਨੀ ਹੋਏਗੀ। ਮੈਂ ਅੱਗੇ ਵਧਦਾ ਤੇ ਇਸ ਤੋਂ ਬਾਅਦ ਗੱਲ ਕਰਾਂਗਾ 2012 ਦੇ ਹੀ ਓਪੀਨੀਅਨ ਪੋਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇੰਡੀਆ ਟੀਵੀ ਸੀ ਵੋਟਰ 2012 ਦੇ ਵਿੱਚ ਇੰਡੀਆ ਟੀਵੀ ਸੀ ਵੋਟਰ ਨੇ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ 64 ਤੋਂ 72 ਸੀਟਾਂ ਅਕਾਲੀ ਦਲ ਤੇ ਬੀਜੇਪੀ ਦੇ ਗਠਜੋੜ ਨੂੰ ਦਿੱਤੀਆਂ ਸੀ ਕਿ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ 2012 ਦੇ ਵਿੱਚ 74 ਤੋਂ 72 ਸੀਟਾਂ ਤੱਕ ਲੈ ਕੇ ਜਾ ਸਕਦਾ, ਮਤਲਬ ਸਰਕਾਰ ਬਣਾਏਗਾ। 2012 ਦੇ ਵਿੱਚ ਬਹੁਤ ਇੰਟਰਸਟਿੰਗ ਇਸ ਕਰਕੇ ਸੀ ਕਿਉਂਕਿ ਉਦੋਂ ਮਨਪ੍ਰੀਤ ਬਾਦਲ ਆਪਣੀ ਪਾਰਟੀ ਦੇ ਨਾਲ ਚੋਣ ਮੈਦਾਨ ਦੇ ਵਿੱਚ ਸੀ। ਮਨਪ੍ਰੀਤ ਬਾਦਲ ਨੂੰ ਉਸ ਸਮੇਂ ਇੱਕ ਵੀ ਸੀਟ ਨਹੀਂ ਮਿਲੀ, ਪਰ ਇਹ ਜ਼ਰੂਰ ਕਿਉਂਕਿ 5 ਸਾਲ ਦੀ ਐਂਟੀ ਇਨਕੰਬੈਂਸੀ ਵੀ ਸੀ ਪੰਜਾਬ ਦੇ ਵਿੱਚ, 5 ਸਾਲ ਅਕਾਲੀ 5 ਸਾਲ ਕਾਂਗਰਸ ਹੋ ਰਿਹਾ ਸੀ। ਇਸ ਕਰਕੇ 2012 ਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਆਏਗੀ ਹੀ ਆਏਗੀ, ਇਸ ਵਾਰ ਅਕਾਲੀ ਦਲ ਵਾਪਸੀ ਨਹੀਂ ਕਰਦੇ। 2007 ਤੋਂ 12 ਤੱਕ ਸੱਤਾ ਸੀ, ਪਰ ਓਪੀਨੀਅਨ ਪੋਲ ਕਹਿ ਰਹੇ ਸੀ ਇੰਡੀਆ ਟੀਵੀ ਸੀ ਵੋਟਰ ਦੇ ਕਿ 64 ਤੋਂ 72 ਸੀਟਾਂ ਮਿਲ ਸਕਦੀਆਂ ਨੇ ਔਰ ਐਕੂਰੇਟ ਦੇ ਬਹੁਤ ਸਟੀਕ ਦੇ ਬਹੁਤ ਨੇੜੇ ਜ਼ਰੂਰ ਪਹੁੰਚੇ। 68 ਸੀਟਾਂ ਮਿਲੀਆਂ ਔਰ ਜਦੋਂ ਕਾਂਗਰਸ ਦਾ ਜ਼ਿਕਰ 43 ਤੋਂ 47 ਦੇ ਵਿਚਾਲੇ ਹੋ ਰਿਹਾ ਸੀ ਤਾਂ 46 ਸੀਟਾਂ ਮਿਲੀਆਂ। ਅਦਰਸ ਨੂੰ 4 ਤੋਂ 8 ਦੇ ਵਿਚਾਲੇ ਕਿਹਾ ਜਾ ਰਿਹਾ ਸੀ, 3 ਸੀਟਾਂ ਮਿਲੀਆਂ। ਤੇ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿ ਬਹੁਤ ਨੇੜੇ ਉਸ ਸਮੇਂ ਜ਼ਰੂਰ ਇਹ ਪਹੁੰਚਦਾ ਹੋਇਆ ਪੂਰਾ ਓਪੀਨੀਅਨ ਪੋਲ ਨਜ਼ਰ ਆ ਰਿਹਾ ਸੀ। ਓਪੀਨੀਅਨ ਪੋਲ ਦੇ ਉੱਤੇ ਗੱਲਬਾਤ ਹੋਏਗੀ, ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਨੂੰ ਜੁਆਇਨ ਕਰਨਗੇ। ਔਰ ਵਿਜੇ, ਕਿਉਂਕਿ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜੇ ਓਪੀਨੀਅਨ ਪੋਲ ਨੇ, ਕਿ ਓਪੀਨੀਅਨ ਪੋਲ ਦੇਖੋ ਸਮਝਣ 'ਚ ਆਸਾਨੀ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਸਵਾਲ ਚੁੱਕਣਗੇ ਜਦੋਂ ਜਿਸ ਦੀ ਪਾਰਟੀ ਹਾਰ ਰਹੀ ਹੁੰਦੀ ਆ ਉਹਨਾਂ ਨੂੰ ਪੁੱਛੋ, ਕਹਿੰਦੇ ਨਹੀਂ ਜੀ ਇਹ ਤਾਂ ਪਿਛਲੀ ਵਾਰ ਵੀ ਨਹੀਂ ਠੀਕ ਬੈਠੇ ਸੀ, ਸਟੀਕ ਨਹੀਂ ਸੀ, ਇਸ ਵਾਰ ਵੀ ਸਾਨੂੰ ਘੱਟ ਉਮੀਦ ਹੈ। ਜਿਨ੍ਹਾਂ ਦੇ ਪੱਖ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕਾਂ ਦਾ ਫਤਵਾ ਹੈ ਔਰ ਹੋਏਗਾ। ਹੁਣ ਤੱਕ ਅਸੀਂ 2 ਓਪੀਨੀਅਨ ਪੋਲ 2012 ਦੇ ਦਿਖਾਏ ਨੇ ਜਿਨ੍ਹਾਂ ਦੇ ਵਿੱਚ ਬੜੇ ਐਕੂਰੇਸੀ ਦੇ ਨੇੜੇ ਸੀ। ਦੇਖੋ ਇੰਡੀਆ ਟੀਵੀ ਸੀ ਵੋਟਰ ਦਾ 2012 ਦਾ ਓਪੀਨੀਅਨ ਪੋਲ ਕਿ ਬੀਜੇਪੀ ਪਲੱਸ ਯਾਨੀ ਅਕਾਲੀ ਦਲ ਬੀਜੇਪੀ ਨੂੰ 64 ਤੋਂ 72 ਸੀਟਾਂ ਮਿਲਣਗੀਆਂ, 68 ਮਿਲ ਗਈਆਂ। 43 ਤੋਂ 47 ਕਹਿ ਰਹੇ ਸੀ, 46 ਮਿਲ ਗਿਆ। ਤਾਂ ਬਹੁਤ ਜ਼ਿਆਦਾ ਸਟੀਕ ਮਿਲ ਲੱਗਦਾ, ਬਹੁਤ ਸਟੀਕ ਸੀ। ਹਾਂ, ਇਹ ਔਰ ਇਹ ਮੈਨੂੰ ਲੱਗਦਾ ਹੈ ਕੱਲਾ ਜਿਹੜਾ ਹੈ ਇਹ ਓਪੀਨੀਅਨ ਪੋਲ ਸੀ ਜਿਹੜਾ ਸਟੀਕ ਬੈਠਾ ਸੀ। ਨਹੀਂ, ਇਸ ਤੋਂ ਪਹਿਲਾਂ ਜਿਹੜਾ ਅਸੀਂ ਦਿਖਾਇਆ ਇੰਡੀਆ ਟੂਡੇ ORG ਦਾ, ਉਹ 69 ਸੀਟ ਕਹਿ ਰਹੇ ਸੀ ਆਪਣੇ ਓਪੀਨੀਅਨ ਪੋਲ ਦੇ ਵਿੱਚ। ਅਕਾਲੀ ਦਲ ਪੋਲ ਦਿਖਾਣਾ 2012 ਦਾ, ਇਹ ਓਪੀਨੀਅਨ ਪੋਲ ਹੈ। ਤਾਂ ਉਸ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ 69 ਦਿਖਾਈਆਂ ਜਾ ਰਹੀਆਂ ਸੀ। ਇਹ ਆ ਗਿਆ 2017 ਦਾ। ਹਾਂ, ਇਹ 2012 ਦਾ ਗੌਰਵ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਸੀ। 2012 ਦਾ ਇੰਡੀਆ ਟੂਡੇ ORG 69 ਸੀਟਾਂ ਉਹਨਾਂ ਨੇ ਦਿਖਾਈਆਂ, 68 ਆਈਆਂ। ਕਾਂਗਰਸ ਨੂੰ 40 ਦਿਖਾਈਆਂ, 46 ਆਈਆਂ, ਅਦਰਸ 3 ਆਈਆਂ। ਮਤਲਬ ਬਹੁਤ ਨੇੜੇ ਹੈ। ਇੱਕ ਚੀਜ਼ ਤਾਂ ਕਲੀਅਰ ਸੀ ਕਿ ਉਹ ਕਹਿ ਰਹੇ ਸੀ ਕਿ ਬੀਜੇਪੀ ਅਕਾਲੀ ਦਲ ਦੀ ਸਰਕਾਰ ਬਣੇ। ਇਸ ਦੇ ਵਿੱਚ ਗੌਰਵ ਇੱਕ ਚੀਜ਼ ਬੜੀ ਇੰਪੋਰਟੈਂਟ ਸੀ ਕਿਉਂਕਿ ਉੱਥੇ 2 ਪਾਰਟੀ ਫਾਈਟ ਸੀ। ਸੋ 2 ਪਾਰਟੀ ਫਾਈਟ ਦੇ ਵਿੱਚ ਤੁਹਾਨੂੰ ਓਪੀਨੀਅਨ ਪੋਲ ਵੀ ਸੌਖੇ ਹੁੰਦੇ ਆ। ਮਨਪ੍ਰੀਤ ਬਾਦਲ 2012 ਸੀ ਪਰ ਉਸ ਤਰੀਕੇ ਨਾਲ ਨਹੀਂ, ਉਸ ਸਮੇਂ ਉਸ ਤਰੀਕੇ ਨਾਲ ਨਹੀਂ ਸੀ। ਉਹਨੂੰ 0 ਸੀਟ ਸ਼ੁਰੂ ਤੋਂ ਹੀ ਦਿੰਦੇ ਰਹੇ ਜਾਂ ਅਦਰਸ ਦੇ ਵਿੱਚ ਉਸ ਨੂੰ ਕਾਊਂਟ ਕਰਦੇ ਰਹੇ। PPP ਜਿਹੜੀ ਉਹਨਾਂ ਦੀ ਪਾਰਟੀ ਸੀ ਔਰ ਉਹਨਾਂ ਨੂੰ 5% ਵੋਟ ਪਈ। ਉਸ 5% ਵੋਟ ਦਾ ਜਿਹੜਾ ਫਾਇਦਾ ਸੀ ਉਹ ਮੌਜੂਦਾ ਸੱਤਾਧਾਰੀ ਧਿਰ ਨੂੰ ਹੋਇਆ ਕਿਉਂਕਿ ਅਕਾਲੀ ਦਲ ਉਸ ਵੇਲੇ ਸੱਤਾ 'ਚ ਸੀ। ਤਾਂ ਜਿਹੜੀ ਐਂਟੀ ਇਨਕੰਬੈਂਸੀ ਦੀ ਵੋਟ ਹੁੰਦੀ ਹੈ 2-4-5% 2 ਪਾਰਟੀ ਸਿਸਟਮ ਦੇ ਵਿੱਚ, ਉਹ ਮਨਪ੍ਰੀਤ ਬਾਦਲ ਵੱਲ ਚਲੀ ਗਈ ਔਰ ਅਕਾਲੀ ਦਲ ਨੂੰ ਇਸ ਦਾ ਫਾਇਦਾ ਹੋ ਗਿਆ। ਉਦੋਂ ਇਹ ਇਕੁਏਸ਼ਨ ਬਣੀ ਸੀ ਔਰ ਪਹਿਲੀ ਵਾਰ ਇਤਿਹਾਸ ਬਣਾ ਸੀ ਪੰਜਾਬ ਦੀ ਹਿਸਟਰੀ ਦੇ ਵਿੱਚ
ਤੇ ਕਿਸੇ ਪਾਰਟੀ ਨੇ ਰਿਪੀਟ ਕੀਤਾ ਸੀ। ਅਦਰਵਾਈਜ਼ ਪੰਜਾਬ ਦੀ ਹਿਸਟਰੀ 'ਚ ਕਿਸੇ ਪਾਰਟੀ ਨੇ ਰਿਪੀਟ ਨਹੀਂ ਕੀਤਾ। ਆ 2017 ਦਾ ਜਿਹੜਾ ਓਪੀਨੀਅਨ ਪੋਲ ਹੈ ਜਿਹੜਾ ਅਸੀਂ ਦਿਖਾ ਰਹੇ ਹਾਂ, 18 ਤੋਂ 22 ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਉਹਨਾਂ ਨੇ। ਅਕਾਲੀ ਦਲ ਬੀਜੇਪੀ ਨੂੰ 18 ਹੀ ਆਈਆਂ, ਕਾਂਗਰਸ ਨੂੰ 56 ਤੋਂ 62 ਸੀਟਾਂ ਦਿੱਤੀਆਂ, 77 ਆਈਆਂ। ਵੱਡਾ ਫਰਕ ਗੌਰਵ ਇੱਥੇ ਆਇਆ, 36 ਤੋਂ 41 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਇਹਨਾਂ ਨੇ, ਔਰ ਇੱਥੇ 20 ਸੀਟਾਂ ਆਈਆਂ। ਵੱਡਾ ਫਰਕ ਇੱਥੇ ਆਇਆ। ਅਦਰਸ ਦੋ ਜਿਹੜੇ ਬੈਂਸ ਬ੍ਰਦਰਸ ਵੀ ਆਸ-ਪਾਸ ਜ਼ਰੂਰ ਸੀ, ਉਹ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਨਾਲ ਲੜੇ ਸੀ, ਤਾਂ ਉਸ ਵੇਲੇ ਆਪਾਂ 22 ਕਹਿ ਸਕਦੇ ਹਾਂ, ਪਰ ਉਹਨਾਂ ਨੂੰ ਅਲੱਗ ਤੋਂ ਗਿਣਿਆ ਗਿਆ ਦੋ ਸੀਟਾਂ ਨੂੰ। ਸੋ ਇਹ ਓਪੀਨੀਅਨ ਪੋਲ ਕਾਫੀ ਹੱਦ ਤੱਕ ਸਟੀਕ ਰਹੇ ਸੀ ਉਸ ਵੇਲੇ। ਸੋ ਅਗਲਾ ਦਿਖਾਉਣੇ ਆ। ਬਿਲਕੁਲ, ਅੱਜ ਤੱਕ ਐਕਸਿਸ ਦਾ ਅਸੀਂ ਤੁਹਾਨੂੰ ਦਿਖਾਇਆ ਹੈ। ਇਹ 2017 ਦਾ ਜਿਹੜਾ ਓਪੀਨੀਅਨ ਪੋਲ ਹੈ ਉਹ ਤੁਹਾਨੂੰ ਦਿਖਾਇਆ। ਹੁਣ 2017 ਦੇ ਵਿੱਚ ABP ਨਿਊਜ਼ CSDS ਦੇ ਵੱਲੋਂ ਕੀ ਕੁਝ ਆਪਣਾ ਜਿਹੜਾ ਓਪੀਨੀਅਨ ਪੋਲ ਦੱਸਿਆ ਗਿਆ ਸੀ ਉਹ ਵੀ ਤੁਹਾਨੂੰ ਦੱਸਦੇ ਹਾਂ। ਇੱਥੇ ਵੀ ਬੜਾ ਜਿਹੜਾ ਇੰਟਰਸਟਿੰਗ ਫੈਕਟ ਹੈਗਾ, ਅਕਾਲੀ ਦਲ BJP ਦੇ ਕੋਲ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਵਿਜੇ ਕਿ 28 ਤੋਂ 36 ਜਾਣਗੀਆਂ, ਪਰ 18 ਸੀਟਾਂ ਰਹਿ ਗਈਆਂ, ਔਰ 47 ਤੋਂ 55 ਦਾ ਜ਼ਿਕਰ ਕਾਂਗਰਸ ਦੇ ਕੋਲ ਸੀ, ਉਹਨਾਂ ਕੋਲ 77 ਹੋ ਗਈਆਂ। 26 ਤੋਂ 34 ਆਮ ਆਦਮੀ ਪਾਰਟੀ ਕੋਲ ਸੀ, ਉਹਨਾਂ ਕੋਲ 20 ਰਹਿ ਗਈਆਂ। ਅਦਰਸ ਕੋਲ ਦੋ ਕੋਈ ਵੀ ਨਹੀਂ ਸੀ, ਉਹਨਾਂ ਨੇ 2 ਮਿਲ ਗਿਆ ਜਿਹੜੇ ਬੈਂਸ ਭਰਾਵਾਂ। ਪਰ ਇੰਟਰਸਟਿੰਗ ਇਹ ਹੈ ਕਿ ABP ਨਿਊਜ਼ CSDS ਦੇ ਸਰਵੇ ਦੇ ਵਿੱਚ ਜਾਂ ਓਪੀਨੀਅਨ ਪੋਲ ਦੇ ਵਿੱਚ ਹੰਗ ਅਸੈਂਬਲੀ ਦਿਖਾਈ ਜਾ ਰਹੀ ਸੀ 2017 ਦੇ ਵਿੱਚ। ਹੋਇਆ ਨਹੀਂ, ਪੰਜਾਬ ਨੇ ਬਿਲਕੁਲ ਮੈਂਡੇਟ ਦਿੱਤਾ ਇੱਕ ਪਾਸੇ ਜਾ ਕੇ ਕਾਂਗਰਸ ਪਾਰਟੀ ਨੂੰ। ਉਹਦੀ ਵੱਡੀ ਵਜ੍ਹਾ ਇਹ ਸੀ ਗੌਰਵ, ਜਦੋਂ ਤੀਸਰੀ ਧਿਰ ਆਮ ਆਦਮੀ ਪਾਰਟੀ ਵਿੱਚ ਵੱਡੇ ਲੈਵਲ ਤੇ ਆ ਕੇ ਖੜੀ ਹੋ ਗਈ, ਜਦੋਂ ਵੱਡੇ ਲੈਵਲ ਤੇ ਆ ਕੇ ਖੜੀ ਹੋ ਗਈ ਤਾਂ ਕਾਂਗਰਸ ਕੋਲੇ ਕਿਉਂਕਿ ਵੋਟ ਬੈਂਕ ਵੱਡਾ ਸੀ, ਅਕਾਲੀ ਦਲ ਦੀ 10 ਸਾਲ ਦੀ ਐਂਟੀ ਇਨਕਮਬੈਂਸੀ ਸੀ, ਸੋ ਇਸ ਕਰਕੇ ਬਾਈ ਡਿਫਾਲਟ ਜਿਹੜੀਆਂ, ਕਿਉਂਕਿ ਬਾਈ ਡਿਫਾਲਟ ਆਪਾਂ ਇਸ ਲਈ ਕਹਿ ਦਿੰਦੇ ਆ ਕਿ ਮੈਂਡੇਟ ਜਿਹੜਾ ਹੈ ਉਹ ਬਾਈ ਡਿਫਾਲਟ ਮਿਲ ਜਾਂਦਾ ਜਿਹਦਾ ਵੋਟ ਬੈਂਕ ਵੱਡਾ ਹੋਵੇ ਜਾਂ ਕੈਡਰ ਵੱਡਾ ਹੋਵੇ। ਇਸ ਕਰਕੇ ਕਾਂਗਰਸ ਪਾਰਟੀ ਨੂੰ 77 ਸੀਟਾਂ ਆ ਗਈਆਂ। ਬਿਲਕੁਲ 77 ਸੀਟਾਂ ਆ ਗਈਆਂ, ਯਾਨੀ ਹੰਗ ਨਹੀਂ ਹੋਈ। ਇਹ ਬੜਾ ਦਿਲਚਸਪ ਹੈ, ਇਸ ਵਾਰ ਵੀ ਬੜੀ ਗੱਲ ਹੋ ਰਹੀ ਹੈ ਕਿ ਹੰਗ ਅਸੈਂਬਲੀ ਹੋ ਸਕਦੀ ਹੈ ਪੰਜਾਬ 'ਚ, ਖਿਚੜੀ ਸਰਕਾਰ ਹੋ ਸਕਦੀ ਹੈ। ਪਰ ਪਿਛਲੇ 25 ਸਾਲ ਦੇਖੋ, 30 ਸਾਲ ਦੇਖੋ ਤੁਸੀਂ, ਪੰਜਾਬ ਨੇ ਕਦੇ ਇਸ ਤਰੀਕੇ ਨਾਲ ਨਹੀਂ ਕੀਤਾ ਕਿ ਹੰਗ ਅਸੈਂਬਲੀ ਵਾਲੀ ਸਥਿਤੀ ਬਣਾ ਦਿੱਤੀ ਹੋਵੇ। ਪਰ ਜਿਹੜਾ ਤੁਸੀਂ ਪੁਆਇੰਟ ਵੀ ਬੋਲਿਆ ਸੀ ਕਿ 2 ਹੀ ਪਾਰਟੀਆਂ, ਜਦੋਂ 2 ਪਾਰਟੀਆਂ ਤਾਂ ਫਿਰ ਹੰਗ ਅਸੈਂਬਲੀ ਤਾਂ ਕੀ ਹੋਣੀ ਹੈ। ਨਹੀਂ ਪਰ 2012 ਚ ਮਨਪ੍ਰੀਤ ਬਾਦਲ ਸੀ ਔਰ 2017 ਚ ਆਮ ਆਦਮੀ ਪਾਰਟੀ ਸੀ, ਪਰ ਫਿਰ ਵੀ ਹੰਗ ਵਾਲੇ ਪਾਸੇ ਪੰਜਾਬੀ ਨਹੀਂ ਗਏ। ਪੰਜਾਬੀਆਂ ਨੇ ਬਿਲਕੁਲ ਕਲੀਅਰ ਮੈਂਡੇਟ ਦਿੱਤਾ ਕਾਂਗਰਸ ਨੂੰ। ਇਹ ਅਸੀਂ ਇੱਕ ਹੋਰ ਦਿਖਾ ਰਹੇ ਹਾਂ, ਹਫ ਪੋਸਟ ਸੀ ਵੋਟਰ, ਇਹ 2017 ਦੇ ਵਿੱਚ ਓਪੀਨੀਅਨ ਪੋਲ ਦਿਖਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਐਗਜ਼ਿਟ ਪੋਲ 2017 ਵਾਲੇ ਵੀ ਦਿਖਾਵਾਂਗੇ। ਔਰ ਮੈਂ ਇਹ ਵਾਰ-ਵਾਰ ਕਹਿ ਰਿਹਾ ਕਿ ਤੁਸੀਂ ਨੋਟ ਕਰਦੇ ਰਹੋ ਕਿ ਕੌਣ ਬਹੁਤ ਸਟੀਕਤਾ ਦੇ ਨੇੜੇ ਪਹੁੰਚ ਗਿਆ ਸੀ, ਕਿ ਕਿਸ ਦੇ ਅੰਕੜੇ ਬਿਲਕੁਲ ਸਟੀਕ ਸੀ। ਤਾਂ ਇਸ ਵਾਰ ਜਿਹੜੇ ਐਗਜ਼ਿਟ ਪੋਲ ਆਣਗੇ ਉਸ ਦੇ ਨਾਲ ਲੋਕਾਂ ਨੂੰ ਸਮਝਣ 'ਚ ਆਸਾਨੀ ਹੋਏਗੀ। ਖੈਰ ਇੱਥੇ ਇੰਟਰਸਟਿੰਗ ਇਹ ਹੈ ਕਿ ਅਕਾਲੀ ਦਲ ਤੇ BJP ਨੂੰ ਤੀਜੇ ਨੰਬਰ ਦੀ ਪਾਰਟੀ ਦਾ ਦੱਸ ਰਿਹਾ ਸੀ ਇਹ ਸਰਵੇ ਓਪੀਨੀਅਨ ਪੋਲ, ਪਰ ਉੱਥੇ 11 ਸੀਟਾਂ ਸੀ, 18 ਜ਼ਰੂਰ ਮਿਲੀਆਂ। ਅੱਛਾ, ਕਾਂਗਰਸ ਨੂੰ ਦੂਜੇ ਨੰਬਰ ਦੀ ਪਾਰਟੀ ਦੱਸ ਰਿਹਾ ਸੀ ਕਿ ਕਾਂਗਰਸ ਸੱਤਾ 'ਚ ਨਹੀਂ ਆਏਗੀ, 43 ਸੀਟਾਂ ਦਿੱਤੀਆਂ ਸੀ, ਉੱਥੇ 77 ਲੈ ਗਿਆ। ਔਰ ਆਮ ਆਦਮੀ ਪਾਰਟੀ ਦੇਖੋ 63 ਤੋਂ 20 ਰਹਿ ਗਿਆ। ਵੱਡਾ ਫਰਕ ਮੈਂ ਉਹੀ ਕਹਿ ਰਿਹਾ ਗੌਰਵ, ਇੱਥੇ ਆਇਆ ਆਮ ਆਦਮੀ ਪਾਰਟੀ ਤੇ ਆਇਆ ਵੱਡਾ ਫਰਕ, ਕਿਉਂਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਤਾਂ ਖੁਦ ਆਪਣੇ ਵੱਲੋਂ 100 ਦਾ ਦਾਅਵਾ ਕਰ ਰਹੀ ਸੀ, ਪਰ ਬਾਕੀ ਚੈਨਲਸ ਨੇ ਜਿਨ੍ਹਾਂ ਨੇ ਵੀ ਓਪੀਨੀਅਨ ਪੋਲ ਕੀਤੇ ਜਾਂ ਐਗਜ਼ਿਟ ਪੋਲ ਕੀਤੇ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਲੀਅਰ ਮੈਜੋਰਟੀ 'ਚ ਤਾਂ ਰੱਖਿਆ, ਪਰ 100 ਸੀਟਾਂ ਜਾਂ 90 ਸੀਟਾਂ ਤੇ ਕੋਈ ਵੀ ਨਹੀਂ ਲੈ ਕੇ ਗਈ। ਸੋ ਉਸ ਦੇ ਵਿੱਚ ਵੀ ਕਿੰਨੀ ਗਿਰਾਵਟ ਆਈ ਦੇਖੋ, 20 ਰਹਿ ਗਈਆਂ ਤੇ 2 ਬੈਂਸ ਬ੍ਰਦਰਸ ਦੇ 22 ਤੇ ਅਕਾਲੀ ਦਲ ਕੋਲ ਰਹਿ ਗਈਆਂ 18 ਤੇ ਕਾਂਗਰਸ ਲੈ ਗਈ 77। ਸੋ ਕਾਂਗਰਸ ਨੇ ਬੜੇ ਹੈਰਾਨੀਜਨਕ ਜਿਹੜੇ ਸੀ ਉਹ ਰਿਜ਼ਲਟ ਦਿੱਤੇ 2017 ਦੇ ਇਲੈਕਸ਼ਨ ਦੇ ਵਿੱਚ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਕਾਂਗਰਸ ਇੰਨਾ ਵਧੀਆ ਪਰਫਾਰਮ ਕਰੇਗੀ। 117 ਦੇ ਵਿੱਚੋਂ 77 ਸੀਟਾਂ ਲੈ ਕੇ ਜਾਣਾ ਆਪਣੇ ਆਪ 'ਚ ਇੱਕ ਬੜੀ ਜ਼ਬਰਦਸਤ ਪਰਫਾਰਮੈਂਸ ਸੀ। ਬਿਲਕੁਲ। ਅਗਲਾ ਆਪਾਂ ਓਪੀਨੀਅਨ ਪੋਲ ਦੇਖਦੇ ਹਾਂ ਇੰਡੀਆ ਟੂਡੇ ਐਕਸਿਸ ਦਾ। ਇੰਡੀਆ ਟੂਡੇ ਐਕਸਿਸ ਦਾ ਵੀ ਗੌਰਵ ਦੇਖੋ, ਅਕਾਲੀ ਦਲ BJP ਨੂੰ ਉਹਨਾਂ ਨੇ 18 ਤੋਂ 22 ਸੀਟਾਂ ਦਿੱਤੀਆਂ, 18 ਆ ਗਈਆਂ। ਕਾਂਗਰਸ ਨੂੰ 56 ਤੋਂ 62 ਦਿੱਤੀਆਂ, 77 ਆਈਆਂ, ਕੁਝ ਵੱਧ ਗਈਆਂ, 15 ਸੀਟਾਂ ਵੱਧ ਗਈਆਂ। ਆਮ ਆਦਮੀ ਪਾਰਟੀ ਨੂੰ ਉਹਨਾਂ ਨੇ 36 ਤੋਂ 41 ਸੀਟਾਂ ਦਿੱਤੀਆਂ, ਤਾਂ 20 ਆਈਆਂ, ਬਾਕੀ 2 ਇਹਨਾਂ ਨੇ ਅਦਰਸ ਨੂੰ ਕੋਈ ਨਹੀਂ ਦਿੱਤੀ ਸੀ, ਉਹ ਕਿਉਂਕਿ ਅਲਾਈਅੰਸ ਦੇ ਵਿੱਚ ਸੀ। ਤੁਸੀਂ ਫਿਕਰ ਜੋ ਜ਼ਿਕਰ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਦਿਖਾਈਆਂ ਗਈਆਂ, ਸਭ ਤੋਂ ਵੱਡਾ ਜਿਹੜਾ ਫੇਰ ਬਦਲ ਹੈ ਉਹਨਾਂ ਦੇ ਵਿੱਚ ਹੀ ਹੁੰਦਾ ਨਜ਼ਰ, ਕਿਉਂਕਿ ਇੱਥੇ ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਇੰਡੀਆ ਟੂਡੇ ਐਕਸਿਸ ਦਾ ਜਿਹੜਾ ਓਪੀਨੀਅਨ ਪੋਲ ਸੀ ਉਸ ਦੇ ਵਿੱਚ ਕਾਂਗਰਸ ਦੀ ਸਰਕਾਰ ਤਾਂ ਬਣ ਰਹੀ ਸੀ, 56 ਤੋਂ 62 ਮਤਲਬ 59 ਤੋਂ ਜ਼ਿਆਦਾ ਸਰਕਾਰ ਬਣ ਰਹੀ ਸੀ। ਇਸ ਦਾ ਇੱਕ ਇਹ ਵੀ ਮਤਲਬ ਹੈ ਕਿ ਕਾਂਗਰਸ ਸਿੰਗਲ ਲਾਰਜੈਸਟ ਪਾਰਟੀ ਤਾਂ ਹੋਏਗੀ, ਔਰ ਹੋਇਆ ਵੀ, ਉਹ 77 ਸੀਟਾਂ ਉਹਨਾਂ ਦੇ ਕੋਲ ਆ ਗਈਆਂ। ਇਹ ਤਾਂ ਬਿਲਕੁਲ ਐਕੂਰੇਟ ਦੇ ਬਿਲਕੁਲ ਨੇੜੇ ਤੁਸੀਂ ਕਹਿ ਸਕਦੇ ਹੋ ਕਿ 18 ਤੋਂ 22 ਸੀ, 18 ਸੀਟਾਂ ਆ ਗਈਆਂ। ਪਰ ਆਮ ਆਦਮੀ ਪਾਰਟੀ ਨੂੰ ਤਕਰੀਬਨ ਡਬਲ ਸੀਟਾਂ ਉਹ ਦੇ ਰਹੇ ਸੀ। ਇੱਕ ਜਿਹੜਾ ਆਪਾਂ ਪਿਛਲਾ ਦਿਖਾਇਆ ਉੱਥੇ ਤਾਂ 63 ਸੀਟਾਂ ਸੀ, ਖੈਰ ਇੱਥੇ ਵੀ 40 ਦੇ ਕਰੀਬ ਸੀਟਾਂ ਦਿਖਾ ਰਹੇ ਸੀ, ਉਹ ਹਾਫ ਰਹਿ ਗਈਆਂ। ਤਾਂ ਉਹ ਸਿੱਧੇ ਤੌਰ ਦੇ ਉੱਤੇ ਕਾਂਗਰਸ ਦੇ ਕੋਲ ਚਲੀਆਂ ਗਈਆਂ ਜਾਂ ਕਾਂਗਰਸ ਨੂੰ ਫਾਇਦਾ ਹੋ ਗਿਆ। ਪਰ ਵਿਜੇ ਮੈਂ ਅਗਲੇ ਦੇ ਉੱਪਰ ਜਾਵਾਂ, ਇਸ ਵਾਰ ਤੇ ਉਸ ਵਾਰ 'ਚ ਕੀ ਫਰਕ ਆ ਰਿਹਾ, ਕਿਉਂਕਿ ਹਵਾ ਜਾਂ ਕਹੀਏ ਕਿ ਰੌਲਾ ਆਮ ਆਦਮੀ ਪਾਰਟੀ ਦਾ 2017 'ਚ ਵੀ ਬਹੁਤ ਸੀ,
ਇਸ ਵਾਰੀ 2022 ਗੌਰਵ ਚ ਇੱਕ ਬਹੁਤ ਚੀਜ਼ ਨਵੀਂ ਹੈ, ਦੇਖੋ ਇੱਕ ਤੇ 3 ਪਾਰਟੀ ਦੀ ਜਗ੍ਹਾ ਇਸ ਵਾਰੀ 4 ਪਾਰਟੀ ਸਿਸਟਮ ਹੋ ਗਿਆ ਔਰ ਕਈ ਜਗ੍ਹਾ ਤੇ ਫਾਈਟ 5 ਕੋਨੀ ਵੀ ਹੋ ਗਈ। ਚਲੋ ਜੇ ਆਪਾਂ ਪੰਜਵੇਂ ਨੂੰ ਫਾਈਟ 'ਚ ਨਾ ਗਿਣੀਏ ਤਾਂ ਪੰਜਵੇਂ ਸਟਰੋਂਗ ਉਮੀਦਵਾਰ ਜ਼ਰੂਰ ਨੇ ਜਿਹੜੇ 5-7 ਵੋਟ ਕਈ ਥਾਵਾਂ ਤੇ 10,000 ਵੋਟ ਵੀ ਪੰਜਵਾਂ ਉਮੀਦਵਾਰ ਲਿਜਾ ਸਕਦਾ ਹੈ। ਬਿਲਕੁਲ। ਸੋ ਉੱਥੇ ਹੁਣ ਜੇ ਬੀਜੇਪੀ ਅਕਾਲੀ ਦਲ ਨਾਲੋਂ ਵੱਖਰੇ ਤੌਰ ਤੇ ਨਿਕਲ ਕੇ ਲੜ ਰਹੀ ਹੈ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੀਜੇਪੀ ਨੇ ਅਕਾਲੀ ਦਲ ਦੀ ਕਿੰਨੀ ਵੋਟ ਤੋੜੀ ਹੈ, ਜਿਹੜੀ ਆ ਪਹਿਲਾਂ ਆਪਾਂ ਐਸੋਸੀਏਸ਼ਨ 'ਚ ਗੱਲ ਕਰ ਰਹੇ ਸੀ। ਸਿੱਧੇ ਤੌਰ ਤੇ ਮੈਂ ਕਹਾਂ ਕਿ ਸ਼ਹਿਰੀ ਵੋਟ ਦਾ ਆਪਾਂ ਕਹਿ ਸਕਦੇ ਹਾਂ ਕਿੰਨੀ ਵੋਟ ਤੋੜੀ ਹੈ, ਜਾਂ ਹਿੰਦੂ ਵੋਟ ਵੀ ਕਿਹਾ ਜਾਂਦਾ ਹੈ ਕਿ ਬੀਜੇਪੀ ਜਾਂ ਕਾਂਗਰਸ ਦੇ ਨਾਲ ਅੱਜ ਤੱਕ ਹਿੰਦੂ ਵੋਟ ਸਭ ਤੋਂ ਜ਼ਿਆਦਾ ਜੁੜੀ ਰਹੀ ਹੈ। ਪਰ ਇਸ ਵਾਰੀ ਇਹ ਚਰਚਾ ਹੁੰਦੀ ਰਹੀ ਹੈ ਵੀ ਬੀਜੇਪੀ ਨੇ ਆ ਕੇ ਹਿੰਦੂ ਵੋਟ ਦੇ ਵਿੱਚ ਸੰਨ ਲਾਤਾ। ਹੁਣ ਉਹ ਬੀਜੇਪੀ ਨੇ ਹਿੰਦੂ ਵੋਟ 'ਚ ਕਿੰਨਾ ਸੰਨ ਲਾਇਆ, ਕਿਉਂਕਿ ਅਕਾਲੀ ਦਲ ਤਾਂ ਆਪਣੀ ਸਿੱਖ ਵੋਟ ਲੈ ਕੇ ਚੱਲਦਾ ਹੈ ਔਰ ਅਕਾਲੀ ਦਲ ਇਹ ਦਾਅਵਾ ਕਰਦਾ ਹੈ ਕਿ ਪਿਛਲੇ ਸਮੇਂ 'ਚ ਸਾਡੇ ਨਾਲ ਹਿੰਦੂ ਵੋਟ ਵੱਡੇ ਪੱਧਰ ਤੇ ਜੁੜੀ। ਹੁਣ ਉਸ ਦਾਅਵੇ 'ਚ ਕਿੰਨਾ ਕੁ ਦਮ ਹੈ, ਕਿਉਂਕਿ ਪਿਛਲੀ ਵਾਰੀ ਤੇ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਆਈ, ਇਸ ਕਰਕੇ ਉਹ ਦਾਅਵੇ 'ਚ ਦਮ ਨਹੀਂ ਰਹਿ ਗਿਆ। ਸੋ ਇਸ ਵਾਰੀ ਦੇਖਣਾ ਹੋਊਗਾ ਪਰ ਬੀਜੇਪੀ ਇਕੱਲੇ ਤੌਰ ਤੇ ਕਿੱਦਾਂ ਦਾ ਪ੍ਰਦਰਸ਼ਨ ਕਰਦੀ ਹੈ, ਕਿੰਨੇ ਪਰਸੈਂਟ ਵੋਟ, ਭਾਵੇਂ ਬੀਜੇਪੀ ਨੂੰ ਬਾਹਲੀਆਂ ਸੀਟਾਂ ਨਾ ਹੋਣ ਪਰ ਜਿੰਨੇ ਪਰਸੈਂਟ ਵੋਟ ਲੈ ਕੇ ਜਾਂਦੀ ਹੈ ਉਹ ਕਾਂਗਰਸ ਨੂੰ ਕਿੰਨਾ ਡੈਂਟ ਪਾਏਗੀ, ਉਹ ਆਮ ਆਦਮੀ ਪਾਰਟੀ ਨੂੰ ਕਿੰਨਾ ਡੈਂਟ ਪਾਏਗੀ, ਇਹ ਸਭ ਤੋਂ ਵੱਡਾ ਸਵਾਲ ਹੈ। ਚਲੋ ਆਪਾਂ ਇਸੇ ਪੁਆਇੰਟ ਦੇ ਉੱਤੇ ਵਾਪਸ ਆਵਾਂਗੇ, ਇੱਕ ਵਾਰੀ ਹੋਰ ਦਿਖਾਉਂਦੇ ਆ ਤੁਹਾਨੂੰ 2017 ਦੇ ਵਿੱਚ ਓਪੀਨੀਅਨ ਪੋਲ ਦਾ ਵੀਕ ਹੰਸਾ ਰਿਸਰਚ ਇਹਨਾਂ ਦੇ ਵੱਲੋਂ ਓਪੀਨੀਅਨ ਪੋਲ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਆ। ਬੀਜੇਪੀ ਪਲੱਸ ਯਾਨੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ ਇਹ ਓਪੀਨੀਅਨ ਪੋਲ ਕਹਿ ਰਿਹਾ ਸੀ ਕਿ 28 ਤੋਂ 30 ਸੀਟਾਂ ਹੋਣਗੀਆਂ, 18 ਰਹਿ ਗਈਆਂ। ਕਾਂਗਰਸ ਨੂੰ 49 ਤੋਂ 51 ਸੀਟਾਂ ਦਾ ਜ਼ਿਕਰ ਹੋ ਰਿਹਾ ਸੀ, ਉਹ ਵੱਧ ਕੇ 77 ਦੇ ਉੱਤੇ ਪਹੁੰਚ ਗਏ। ਰਿਜ਼ਲਟ ਇਹ ਅਸੀਂ ਤੁਹਾਨੂੰ ਜੋ ਨੀਚੇ ਬਲਿੰਕ ਹੋ ਰਿਹਾ ਹੈ ਇਹ ਨਤੀਜੇ ਨੇ ਜਿਹੜੇ 2017 ਦੇ ਵਿੱਚ ਨਤੀਜੇ ਆਏ, ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ। ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ 33 ਤੋਂ 35 ਦਾ ਜ਼ਿਕਰ ਹੋ ਰਿਹਾ, ਉਹ 20 ਰਹਿ ਗਏ। ਅਦਰਸ ਨੂੰ 3 ਤੋਂ 5 ਕਹਿ ਰਹੇ ਸੀ, ਉਹ 2 ਰਹਿ ਗਏ। ਹੁਣ ਪੁਆਇੰਟ ਇਸ ਦੇ ਵਿੱਚ ਇਹ ਹੈ ਕਿ ਦ ਵੀਕ ਹੰਸਾ ਰਿਸਰਚ ਦੇ ਵਿੱਚ ਵੀ ਕਿਸੇ ਨੂੰ ਕਲੀਅਰ ਮੈਜੋਰਟੀ ਨਹੀਂ ਦਿੱਤੀ ਜਾ ਰਹੀ, ਨਹੀਂ ਮਿਲੀ ਔਰ ਬਾਅਦ ਦੇ ਵਿੱਚ ਕੀ ਹੋਇਆ ਕਿ ਕਲੀਅਰ ਮੈਜੋਰਟੀ ਮਿਲੀ। ਇਹ ਬਹੁਤ ਇੰਟਰਸਟਿੰਗ ਹੈ ਟੀਵੀ 24 ਨਿਊਜ਼ ਦਾ। ਇਹ ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਉਹ ਤਾਂ ਬੜੀ ਖੁਸ਼ ਹੋਈ ਹੋਣੀ ਹੈ ਕਿ ਸਾਨੂੰ ਤਾਂ 70-80 ਸੀਟਾਂ ਆ ਰਹੀਆਂ ਨੇ, ਤਾਂ ਪਰ ਉਹ 20 ਦੇ ਉੱਤੇ ਰਹਿ ਗਏ। ਅਕਾਲੀ ਬੀਜੇਪੀ ਨੂੰ ਉਹਨਾਂ ਨੇ 20 ਤੋਂ 25 ਦਿੱਤੀਆਂ, 18 ਆਈਆਂ। ਕਾਂਗਰਸ ਨੂੰ 27 ਤੋਂ 35 ਦਿੱਤੀਆਂ, ਉਹ 77 ਬਿਲਕੁਲ ਹੀ ਉਲਟ ਹੋ ਗਿਆ, ਕਿਉਂਕਿ ਉਹਨਾਂ ਨੂੰ 70 ਤੋਂ 80 ਦੇ ਰਹੇ ਸੀ, ਉਹ 20 ਤੇ ਰਹਿ ਗਏ। ਯਾਨੀ ਫਲਿਪ ਹੋ ਗਿਆ ਇਹ ਵਾਲਾ ਜਿਹੜਾ ਓਪੀਨੀਅਨ ਪੋਲ ਸੀ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ। ਅੱਛਾ, ਮੈਂ ਜਿੰਨੇ ਓਪੀਨੀਅਨ ਪੋਲ ਆਪਾਂ ਦਿਖਾਏ ਨੇ 2017 ਦੇ ਵਿਜੇ, ਇੱਕ ਚੀਜ਼ ਐਕੂਰੇਟ ਲੱਗਦੀ ਹੈ ਕਿ ਹਰ ਓਪੀਨੀਅਨ ਪੋਲ ਅਕਾਲੀ ਦਲ ਨੂੰ ਤੀਜੇ ਨੰਬਰ ਉੱਤੇ ਦਿਖਾ ਰਿਹਾ ਸੀ, ਅਕਾਲੀ ਦਲ ਬੀਜੇਪੀ ਨੂੰ, ਔਰ ਹੋਇਆ ਵੀ ਉਹ ਰਿਹਾ ਉਹ ਤੀਜੇ ਨੰਬਰ, ਰਿਹਾ ਉਹ ਤੀਜੇ ਦੇ ਉੱਤੇ। ਔਰ ਉਹਨਾਂ ਦੀਆਂ ਸੀਟਾਂ ਬਹੁਤ ਜ਼ਿਆਦਾ ਘਟੀਆਂ ਵਧੀਆਂ ਨਹੀਂ। ਓਪੀਨੀਅਨ ਪੋਲ 15-18 ਕਹਿ ਰਿਹਾ, ਕੋਈ 20-25 ਕਹਿ ਰਿਹਾ, ਉਹ 18 ਦੇ ਉੱਤੇ ਰਹਿ ਗਏ। ਤਾਂ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਲੈ ਕੇ ਜਿਹੜੀ ਪ੍ਰੈਡਿਕਸ਼ਨ ਸੀ ਉਹ ਕਿਤੇ ਨਾ ਕਿਤੇ ਠੀਕ ਹੈ। ਇੱਕ ਹੋਰ ਵੀਡੀਪੀ ਐਸੋਸੀਏਟਸ ਦਾ ਕੀ ਓਪੀਨੀਅਨ ਪੋਲ 2017 ਦੇ ਵਿੱਚ ਸੀ, ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ। ਇਹ ਵੀ ਲਗਭਗ ਉਸੇ ਤਰ੍ਹਾਂ ਦਾ ਗੌਰਵ, ਇਹਨਾਂ ਨੇ ਬਸ ਥੋੜਾ ਬੀਜੇਪੀ ਨੂੰ 7 ਸੀਟਾਂ ਦਿੱਤੀਆਂ, ਬੀਜੇਪੀ ਅਕਾਲੀ ਦਲ ਨੂੰ ਉੱਥੇ 18 ਹੋ ਗਈਆਂ, ਕਾਂਗਰਸ ਨੂੰ 44 ਦਿੱਤੀਆਂ, 77 ਹੋ ਗਈਆਂ। ਇੱਥੇ ਆਮ ਆਦਮੀ ਪਾਰਟੀ ਦੇ ਫਿਰ ਬਹੁਤ ਵੱਡੀ ਗਿਰਾਵਟ ਆਈ। ਬਿਲਕੁਲ, ਕਿਉਂਕਿ ਓਪੀਨੀਅਨ ਪੋਲ ਗੌਰਵ ਇੱਕ ਚੀਜ਼ ਸਮਝਣ ਦੀ ਗੱਲ ਹੈ, ਓਪੀਨੀਅਨ ਪੋਲਸ ਐਗਜ਼ਿਟ ਪੋਲ ਆ, ਐਗਜ਼ਿਟ ਪੋਲ ਵੀ ਆਉਣੇ ਆ, ਉਹ ਆਮ ਤੌਰ ਤੇ ਇੱਕ ਲੋਕ ਆਵਾਜ਼ ਜਾਂ ਇੱਕ ਹਵਾ ਦੇ ਬੇਸ ਤੇ ਜ਼ਿਆਦਾਤਰ ਹੁੰਦੇ ਆ। ਕਿਉਂਕਿ ਓਪੀਨੀਅਨ ਪੋਲ ਹੁੰਦੇ ਕਿਵੇਂ ਆ ਕਿ ਤੁਸੀਂ ਲੋਕਾਂ ਨਾਲ ਗੱਲ ਕਰਦੇ ਹੋ, ਲੋਕ ਜਿਹੜਾ ਕਹਿੰਦੇ ਆ ਉਸ ਦੇ ਆਧਾਰ ਤੇ ਉਹ ਜਿਹੜਾ ਹੈ ਇੱਕ ਫਿਗਰ ਕ੍ਰੀਏਟ ਕਰ ਲਈ ਜਾਂਦੀ ਹੈ। ਐਗਜ਼ਿਟ ਪੋਲ ਵੀ ਸੇਮ ਹੁੰਦੇ ਆ ਕਿ ਵੋਟਾਂ ਤੋਂ ਬਾਅਦ ਲੋਕਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਐਗਜ਼ਿਟ ਪੋਲ ਤੇ ਆ ਜਾਂਦੇ ਆ, ਪਰ ਉਹ ਇੱਕ ਹਵਾ ਦੇ ਆਧਾਰ ਤੇ ਹੁੰਦਾ ਹੈ। ਜਿਹੜੀ ਵੋਕਲ ਵੋਟ ਹੁੰਦੀ ਹੈ ਉਹ ਵੋਕਲ ਵੋਟ ਦੇ ਆਧਾਰ ਤੇ ਹੁੰਦਾ ਹੈ। ਸੋ ਵੋਕਲ ਵੋਟ ਜਿਹੜੀ ਆ ਉਹ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਸੀ 2017 'ਚ, ਭਾਵੇਂ ਉਹ ਸੀਟਾਂ 'ਚ ਕਨਵਰਟ ਨਹੀਂ ਹੋ ਸਕੀ, ਔਰ ਇਸ ਵਾਰੀ ਵੀ ਵੋਕਲ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲ ਰਹੀ ਆ। ਆਪਾਂ ਦੇਖਿਆ ਹਾਂ, ਹੁਣ ਉਹ ਸੀਟਾਂ 'ਚ ਕਿੰਨੀ ਕਨਵਰਟ ਹੁੰਦੀ ਆ, ਇਹ ਸਭ ਤੋਂ ਵੱਡਾ ਸਵਾਲ ਹੈ। ਬਿਲਕੁਲ, ਤਾਂ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਨੂੰ ਕਲੀਅਰ ਮੈਜੋਰਟੀ ਦੇ ਨਾਲ ਸਰਕਾਰ 2017 ਦੇ ਵਿੱਚ ਕੁਝ ਐਗਜ਼ਿਟ ਪੋਲ ਜਾਂ ਓਪੀਨੀਅਨ ਪੋਲ ਦਿਖਾ ਰਹੇ ਸੀ, ਅਜਿਹਾ ਹੋਇਆ ਨਹੀਂ। ਇਹ ਅਸੀਂ ਤੁਹਾਨੂੰ ਓਪੀਨੀਅਨ ਪੋਲ ਦਿਖਾਏ ਨੇ। ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਅਸੀਂ ਤੁਹਾਡੇ ਤੱਕ 2017 ਦੇ ਐਗਜ਼ਿਟ ਪੋਲ ਲੈ ਕੇ ਆਵਾਂਗੇ ਤੇ ਇਸ ਵਾਰ ਦੇ ਐਗਜ਼ਿਟ ਪੋਲ ਜਿਸ ਦਾ ਸਭ ਨੂੰ ਇੰਤਜ਼ਾਰ ਹੈ ਉਹ ਵੀ ਬੜੀ ਜਲਦੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੇ। ਅਸੀਂ ਛੋਟੇ ਜਿਹੇ ਬ੍ਰੇਕ ਲਈ ਰੁਕ ਗਏ ਹਾਂ, ਵਾਪਸ ਆਵਾਂਗੇ। ਇਹ ਮਹਾ ਕਵਰੇਜ ਅਖਾੜਾ ਮਹਾਪੋਲ ਜਾਰੀ ਰਹੇਗਾ।